ਸਤਿ ਸ੍ਰੀ ਅਕਾਲ। ਅੱਜ ਆਪਾਂ ਸ਼ੁਰੂ ਕਰਦੇ ਹਾਂ ਸਮਾਜਿਕ ਸਵਾਸਥ, ਸੋਸ਼ਲ ਹੈਲਥ। ਸੋਸ਼ਲ ਹੈਲਥ ਅੱਜ ਸਮਾਜ ਨੂੰ ਦੇਖਿਆ ਜਾਵੇ, ਆਪਣੀ ਇੱਕ ਨਜ਼ਰ ਦੌੜਾਈ ਜਾਵੇ, ਅੱਜ ਸਾਰਾ ਹੀ ਸਮਾਜ ਗਿਰਾਵਟ ਵੱਲ ਜਾ ਰਿਹਾ। और ज्यों-ज्यों गिरावट ਵੱਲ जा रहा है तो बीमारियां भी ज़्यादा आ रही हैं। घर घर समस्या बनी हुई है। ਤਾਂ ਇਹ ਚੀਜ਼ ਕਿੱਥੋਂ ਸ਼ੁਰੂ ਹੁੰਦੀ ਹੈ? ਆਪਾਂ ਅਗਰ ਇੱਕ ਚੀਜ਼ ਨੂੰ ਸੋਚੀਏ ਕਿ ਇੱਕ ਇੱਕ ਬੰਦਾ ਇੱਕ ਇੱਕ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦੇਵੇ ਤਾਂ ਇਹ ਸਮਾਜ ਅੱਛਾ ਹੋ ਸਕਦਾ ਹੈ। ਵੈਸੇ ਜਿਹੜੀ परिस्थिति ਹੈ, ਜਿਹੜੀ ਸਮੱਸਿਆ ਹੈ, ਉਹ ਸਮੱਸਿਆ ਬਾਹਰ ਤੋਂ ਆਉਂਦੀ ਹੈ। ਆਪਾਂ ਦੋਸ਼ੀ ਕਿਸ ਨੂੰ ਠਹਿਰਾਉਂਦੇ ਆ? ਆਪਾਂ ਦੋਸ਼ੀ ਬਾਹਰ ਵਾਲੇ ਬੰਦੇ ਨੂੰ ਠਹਿਰਾਉਂਦੇ। ਆਪਾਂ ਕਹਿੰਦੇ ਹਾਂ ਇਸ ਕਾਰਨ ਇਹ ਹੋਇਆ, ਇਹਨੇ ਕਿਉਂ ਇਹ ਕੀਤਾ, ਇਹਨੇ ਕਿਉਂ ਇਹ ਕੀਤਾ। ਕੀ ਜਿਹੜੀ ਬਾਹਰ ਤੋਂ ਸਮੱਸਿਆ ਆ ਰਹੀ ਹੈ ਸਾਡੇ ਹੱਥ ਵਿੱਚ ਹੈ? ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ? ਆਪਾਂ ਦੂਸਰੇ ਨੂੰ ਕੰਟਰੋਲ ਨਹੀਂ ਕਰ ਸਕਦੇ, ਅਸੀਂ ਆਪਣੇ ਆਪ ਨੂੰ ਕੰਟਰੋਲ ਕਰਨਾ ਸਿੱਖ ਲਈਏ। ਇਹ ਗੱਲ 101% ਸੱਚ ਹੈ ਕਿ ਸਮੱਸਿਆ ਰੂਪ ਨਹੀਂ ਬਣੋ, ਸਮਾਧਾਨ ਰੂਪ ਬਣੋ। ਹਰ परिस्थिति ਦਾ ਸਾਹਮਣਾ ਕਰਨਾ ਸਿੱਖੋ। परिस्थिति ਆਏਗੀ ਪਰ ਉਹਨੂੰ ਚੈਲੰਜ ਦੇ ਰੂਪ ਚ ਲਓ ਕਿ परिस्थिति ਨੂੰ ਆਉਣ ਦਿਓ, ਮੈਂ ਆਪਣੀ ਅਵਸਥਾ ਨੂੰ, ਆਪਣੇ ਮਨ ਨੂੰ ਡਾਵਾਂਡੋਲ ਨਹੀਂ ਕਰਾਂਗਾ। ਇੱਕ ਛੋਟੀ ਚੀਜ਼, ਸਿੰਪਲ ਲਿਵਿੰਗ, ਹਾਈ ਥਿੰਕਿੰਗ, ਕਿ ਸਾਧਾਰਨ ਰਹੀਏ, ਦੁਨੀਆ ਦੇ ਸਾਹਮਣੇ ਰੋਲ ਮਾਡਲ ਬਣੀਏ। ਪਰਿਵਾਰ ਦੇ ਵਿੱਚ ਤਾਂ ਅਸੀਂ ਰੋਲ ਮਾਡਲ ਬਣੀਏ, ਪਰ ਸਮਾਜ ਦੇ ਅੰਦਰ ਜਿੱਥੇ ਅਸੀਂ ਜਾਂਦੇ ਹਾਂ, ਜਿਹੜੇ ਆਫਿਸ 'ਚ ਅਸੀਂ ਬੈਠਦੇ ਹਾਂ, ਜਿਹੜਾ ਮੇਰਾ ਪ੍ਰੋਫੈਸ਼ਨ ਹੈ, ਕਿ ਮੈਂ ਆਪਣੇ ਪ੍ਰੋਫੈਸ਼ਨ ਨੂੰ ਸੱਚੇ ਦਿਲ ਤੋਂ ਪੂਰਾ ਕਰ ਰਿਹਾ? ਕਿ ਮੈਨੂੰ ਉਸ ਪ੍ਰੋਫੈਸ਼ਨ ਦੇ ਵਿੱਚ, ਮੰਨ ਲਓ ਕਿ ਡਾਕਟਰੀ ਦੇ ਵਿੱਚ, ਜਿਸ ਟਾਈਮ ਇਹ ਡਾਕਟਰੀ ਸ਼ੁਰੂ ਹੋਈ, ਕਹਿੰਦੇ ਸੀ ਸਰਵੇ ਸੰਤੋ ਨਿਰਾਮਇਆ। ਅਗਰ ਮੈਂ ਡਾਕਟਰ ਬਣਾਂਗਾ ਤਾਂ ਡਾਕਟਰ ਬਣ ਕਰਕੇ ਮੈਂ ਸੇਵਾ ਕਰਾਂਗਾ ਸਮਾਜ ਦੀ। ਪਰ ਅੱਜ ਤੁਸੀਂ ਦੇਖ ਲਓ, ਸਿਰਫ 45 ਵਰਸ਼ ਹੋਏਨਗੇ, ਬਹੁਤ ਸੁਪ੍ਰਸਿੱਧ ਡਾਕਟਰ ਹੈ, ਕਾਰਡੀਓਲੋਜਿਸਟ, ਗੋਲਡ ਮੈਡਲਿਸਟ ਹੈ। 10 ਰੁਪਏ ਫੀਸ ਉਹਨਾਂ ਨੇ ਸ਼ੁਰੂ ਕੀਤੀ ਸੀ, ਕੰਸਲਟੇਸ਼ਨ ਫੀ। ਪਰ ਹੁਣ ਤੁਸੀਂ ਦੇਖ ਲਓ, ਅੱਜ ਤੁਸੀਂ ਹਰ ਡਾਕਟਰ ਕੋਲ ਜਾਂਦੇ ਹੋ, ਕਿਸੇ ਦੀ 150, 200, 500 ਤੱਕ ਵੀ ਹੈ। ਜੇ ਹੋਰ ਸਪੈਸ਼ਲਾਈਜੇਸ਼ਨ ਲੈ ਲਓ ਤਾਂ 1000 ਰੁਪਏ ਤੱਕ ਵੀ ਹੈ। ਸੇਵਾ ਕਰਨ ਦੀ ਬਜਾਏ ਕੀ ਹੋਇਆ, ਲੋਕ ਕਮਰਸ਼ੀਅਲਿਜ਼ਮ ਦੇ ਵਿੱਚ ਪੈ ਗਏ, ਧਨ ਕਮਾਉਣਾ ਸ਼ੁਰੂ ਕਰ ਦਿੱਤਾ। ਇੱਕੋ ਚੀਜ਼ ਮੈਨੂੰ ਅੱਛੀ ਲੱਗੀ ਕਿ ਮੈਂ ਮਿਲਟਰੀ ਦੇ ਵਿੱਚ 15 ਵਰਸ਼ ਰਿਹਾ, ਬੜੇ ਪਿਆਰ ਨਾਲ ਸੇਵਾ ਕੀਤੀ। 15 ਵਰਸ਼ ਤੋਂ ਮੈਂ ਆਪਣੇ ਜੀਵਨ ਨੂੰ ਸਾਧਨਾ ਸ਼ੁਰੂ ਕੀਤਾ। ਮੈਂ ਰਾਜ ਯੋਗਾ ਮੈਡੀਟੇਸ਼ਨ ਦੀ ਪ੍ਰੈਕਟਿਸ ਕੀਤੀ। ਉਸ ਨਾਲ ਮੇਰਾ ਕੀ ਫਰਕ ਪਿਆ? ਇਹ ਨਹੀਂ ਕਿ ਮੈਨੂੰ 10 ਮਿੰਟ ਦੀ ਸ਼ਾਂਤੀ ਮਿਲ ਗਈ, ਉਸ ਦੇ ਨਾਲ ਮੇਰੇ ਜੀਵਨ ਦੇ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ। ਪਹਿਲੀ ਗੱਲ ਮੈਂ ਘਰ ਤੋਂ ਸ਼ੁਰੂ ਕੀਤੀ। ਕਹਿੰਦੇ ਨਾ, ਚੈਰਿਟੀ ਬਿਗਨਸ ਐਟ ਹੋਮ। ਖੈਰਾਤ ਘਰ ਤੋਂ ਸ਼ੁਰੂ ਹੁੰਦੀ ਹੈ। ਕਿਉਂਕਿ ਮੈਂ ਦੇਹ ਮਾਨ ਦੇ ਕਾਰਨ ਮੈਨੂੰ ਅਭਿਮਾਨ ਬਹੁਤ ਆਉਂਦਾ ਸੀ। ਸਬਜ਼ੀ ਦਾਲ ਦੇ ਵਿੱਚ ਨੂਣ ਘੱਟ ਹੈ, ਘਰ ਦੇ ਵਿੱਚ ਤਾਂ ਕੁਛ ਕਰ। ਪਰ ਜਦੋਂ ਮੈਨੂੰ ਸਮਝ ਆਈ ਕਿ ਜੇ ਅਸੀਂ ਦੂਸਰੇ ਨੂੰ ਸਨਮਾਨ ਨਹੀਂ ਦਿੰਦੇ, ਦੂਸਰੇ ਦੀ ਅਸੀਂ ਪ੍ਰੋਬਲਮ ਨੂੰ ਨਹੀਂ ਸਮਝਦੇ, ਤਾਂ ਅਸੀਂ ਉਹ ਪ੍ਰੋਬਲਮ ਨੂੰ ਆਪਣੇ ਅੰਦਰ ਲੈ ਕੇ ਕ੍ਰੀਏਟ ਕਰ ਰਹੇ ਹਾਂ। ਅਸੀਂ ਉਸ ਪ੍ਰੋਬਲਮ ਨੂੰ ਅੰਦਰ ਲੈ ਰਹੇ ਹਾਂ। ਅਸੀਂ ਦੁਆ ਨਹੀਂ ਲੈ ਰਹੇ, ਬਦ ਦੁਆ ਲੈ ਰਹੇ ਹਾਂ। ਜੇ ਤੁਸੀਂ ਆਪਣੀ ਪਤਨੀ ਨੂੰ ਹੀ ਸਮਝੋ
ਸੁਪਤਨੀ ਤੁਹਾਡਾ ਜਿਹੜਾ ਸਾਥੀ ਹੈ, ਘਰ ਦੇ ਵਿੱਚ ਉਹਦੇ ਵਸਤਰ ਸਾਫ਼ ਕਰਨੇ ਆ, ਉਸਨੇ ਬਰਤਨ ਸਾਫ਼ ਕਰਨੇ ਆ, ਖਾਣਾ ਬਣਾਉਣਾ, ਪੁਚਾਰੇ ਲਾਉਣੇ ਆ, ਸਾਰਾ ਕੰਮ ਕਰਨਾ। ਤੁਸੀਂ ਤਾਂ ਜਾ ਕਰਕੇ ਆਫਿਸ ਦੇ ਵਿੱਚ ਆਪਣਾ ਪ੍ਰੋਫੈਸ਼ਨਲ ਕੰਮ ਕਰਨਾ। ਪਰ ਕੀ ਆਪਾਂ ਇਹ ਸਮਝਦੇ ਹਾਂ ਕਿ ਤੁਸੀਂ ਸ਼ਾਮ ਨੂੰ 5 ਵਜੇ ਆਏ, ਦਰਵਾਜ਼ਾ ਬੰਦ ਹੈ, ਤਾਲਾ ਲੱਗਿਆ ਹੋਇਆ, ਕੀ ਤੁਸੀਂ ਟੈਨਸ਼ਨ ਦੇ ਵਿੱਚ ਆਉਂਦੇ ਹੋ ਕਿ ਪਤਾ ਨਹੀਂ ਕਿੱਥੇ ਚਲੇ ਗਏ, ਸਾਰਾ ਦਿਨ ਕੰਮ ਕੀਤਾ, ਤਾਲਾ ਲੱਗਿਆ ਹੋਇਆ। ਉਸ ਦੇ ਕਾਰਨ ਕੀ ਹੈ? ਹੋ ਸਕਦਾ ਹੈ ਕਿ ਤੁਹਾਡੀ ਪਤਨੀ ਤੁਹਾਡੇ ਬੱਚੇ ਨੂੰ ਲੈਣ ਵਾਸਤੇ ਸਕੂਲ ਤੋਂ ਵੱਲ ਗਈ ਹੋਵੇ, ਉਹ ਲੇਟ ਹੋ ਗਿਆ, ਕਈ ਗੱਲਾਂ ਤੁਹਾਡੇ ਸਾਹਮਣੇ ਆ ਸਕਦੀਆਂ ਹਨ, ਤੇ ਤੁਹਾਡੇ ਕੋਲ ਡੁਪਲੀਕੇਟ ਚਾਬੀ ਹੈ, ਤੁਸੀਂ ਲਾਓ, ਅੰਦਰ ਬੈਠੋ, ਆਰਾਮ ਨਾਲ ਬੈਠ ਕੇ ਚਾਹ ਪੀਓ। ਸਾਡੇ ਪਾਸ ਆਪਸ਼ਨ ਹੈ, ਹਰ ਗੱਲ ਦੇ ਵਿੱਚ ਆਪਸ਼ਨ ਹੈ। ਹਰ ਬੁਰਾਈ ਦੇ ਪਿੱਛੇ ਅੱਛਾਈ ਖੜੀ ਹੋਈ ਹੈ, ਸਰੀਰ ਦੇ ਪਿੱਛੇ ਪਰਛਾਈ ਹੁੰਦੀ ਹੈ। ਇਵੇਂ ਜੀ ਕੋ ਇਹ ਚੀਜ਼ ਸੀ ਕਿ ਇੱਕ ਵਾਰੀ ਦੀ ਗੱਲ ਹੈ, ਪ੍ਰੈਕਟੀਕਲ ਮੈਂ ਦੇਖੀ। ਮੇਰੇ ਦੋਸਤ ਹੈ, ਮਨੋਰੋਗ ਵਿਸ਼ੇਸ਼ज्ञ ਹੈ, ਸਾਈਕੈਟਿਸਟ, ਬੰਬੇ ਵਿੱਚ ਉਹਨਾਂ ਦੀ ਪ੍ਰੈਕਟਿਸ। ਕਾਫੀ ਸਮੇਂ ਉਹਨਾਂ ਨੇ ਮੇਰੇ ਨਾਲ ਦੁਨੀਆ ਨੂੰ ਤੰਬਾਕੂ, ਨਸ਼ਿਆਂ ਤੋਂ ਛਡਾਉਣ ਦਾ ਕੰਮ ਕੀਤਾ। ਕਈ ਰੈਲੀਆਂ ਦੇ ਵਿੱਚ ਗਏ। ਇੱਕ ਵਾਰੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਮੈਡੀਕਲ MBBS ਦੇ ਵਿੱਚ ਪੜ੍ਹ ਰਿਹਾ ਸੀ ਤਾਂ ਮੇਰੇ ਜਿਹੜੇ ਵਾਲ ਸੀਗੇ ਉਹ ਚੌਥੇ ਸਾਲ ਦੇ ਅੰਦਰ ਹੀ ਉੱਡ ਗਏ। ਜਦੋਂ ਸਾਰੇ ਵਾਲ ਉੱਡ ਗਏ ਤਾਂ ਉਸ ਤੋਂ ਮਗਰੋਂ ਮੈਨੂੰ ਥੋੜ੍ਹੀ ਆਪਣੇ ਆਪ ਦੇ ਉੱਤੇ ਮਹਿਸੂਸ ਹੋਇਆ। ਕਹਿੰਦਾ ਉਸ ਤੋਂ ਮਗਰੋਂ ਮੈਂ ਚਲੋ MBBS ਕੀਤੀ, ਮੈਂ 5 ਕਿਤਾਬਾਂ ਵੀ ਲਿਖੀਆਂ, ਔਰ ਉਸ ਤੋਂ ਮਗਰੋਂ ਮੈਂ ਆਪਣੀ ਪ੍ਰੈਕਟਿਸ ਬੰਬੇ ਵਿੱਚ ਸ਼ੁਰੂ ਕੀਤੀ। ਕਹਿੰਦਾ ਮੈਂ ਸੋਚਦਾ ਸੀਗਾ ਕਿ ਮੇਰਾ ਸਿਰ ਦੇ ਉੱਤੇ ਵਾਲ ਤਾਂ ਇੱਕ ਵੀ ਨਹੀਂ ਹੈ। ਤਾਂ ਉਸ ਟਾਈਮ ਉਹਨਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਉਹਨਾਂ ਦੇ ਦੋਸਤ ਨੇ ਕਿਹਾ, ਦੇਖ ਦੋਸਤ, ਪ੍ਰੈਕਟਿਸ ਤਾਂ ਸ਼ੁਰੂ ਕਰ ਲਈ ਹੈ, ਪਰ ਪਹਿਲਾਂ ਪ੍ਰੈਕਟਿਸ ਚੱਲੇਗੀ ਨਹੀਂ, ਹੌਲੀ ਹੌਲੀ ਚੱਲੇਗੀ, ਕਿਉਂਕਿ ਇਹ ਬੰਬੇ ਹੈ, ਡਾਕਟਰ ਬਹੁਤ ਬੈਠੇ ਹੋਏ। ਪਰ ਮੈਂ ਸ਼ੁਰੂ ਜਦੋਂ ਕੀਤੀ ਤਾਂ ਕੁਛ ਦੇਰ ਦੇ ਅੰਦਰ ਹੀ ਜਲਦੀ ਇੱਕ ਮੇਰੇ ਪਾਸ ਮੈਨੇਜਰ ਆਏ, ਔਰ ਮੈਨੇਜਰ ਮੈਨੂੰ ਆਪਣੀ ਪ੍ਰੋਬਲਮ ਦੱਸਣ ਲੱਗੇ। ਕਹਿੰਦਾ ਮੈਂ ਕਿਹਾ ਕਿ ਉਹਨਾਂ ਨੇ ਕਿਹਾ ਮੈਂ ਬਹੁਤ ਡਾਕਟਰਾਂ ਕੋਲ ਜਾ ਚੁੱਕਿਆ, ਮੈਨੂੰ ਕੋਈ ਡਾਕਟਰ ਸੀਨੀਅਰ ਨਹੀਂ ਮਿਲਿਆ, ਮੈਂ ਇਸ ਵਾਸਤੇ ਤੁਹਾਡੇ ਕੋਲ ਆਇਆ। ਕਹਿੰਦਾ ਮੈਂ ਬੜਾ ਹੈਰਾਨ ਹੋਇਆ। ਕਹਿੰਦਾ ਉਹਨਾਂ ਨੇ ਕਿਹਾ ਦੇਖੋ ਤੁਹਾਡਾ ਤਾਂ ਕੰਮ ਕਰਦੇ ਕਰਦੇ ਤੁਹਾਡੇ ਸਾਰੇ ਜ਼ਿੰਦਗੀ ਦੇ ਅੰਦਰ ਸਿਰ ਦੇ ਵਾਲ ਖਤਮ ਹੋ ਗਏ, ਤੁਹਾਡੇ ਤਾਂ ਤਜਰਬਾ ਬੜਾ ਅੱਛਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੇਰਾ ਜਿਹੜਾ ਉਹ ਸੀਗਾ ਵਾਲ ਖਤਮ ਹੋਣ ਦਾ, ਤਾਂ ਮੈਨੂੰ ਵਰਦਾਨ ਮਿਲ ਗਿਆ। ਕਹਿਣ ਦਾ ਮਤਲਬ ਕਿ ਬੁਰਾਈ ਦੇ ਪਿੱਛੇ ਅੱਛਾਈ ਵੀ ਜ਼ਰੂਰ ਹੈ। ਅਸੀਂ ਕਿਸੇ ਵੀ ਘਟਨਾ ਨੂੰ ਅੱਛਾ ਕਰਕੇ ਮੰਨੀਏ। ਜੇ ਸਾਡਾ ਸਾਹਮਣੇ ਕੋਈ ਗੱਲ ਆ ਜਾਂਦੀ ਹੈ ਤਾਂ ਅਸੀਂ ਉਸ ਨੂੰ ਅੱਛਾ ਕਰਕੇ ਮੰਨਾਂਗੇ ਤਾਂ ਕੀ ਹੋਏਗਾ, ਸਾਡਾ ਮਨੋਬਲ ਵਧੇਗਾ। ਔਰ ਜਦੋਂ ਮਨੋਬਲ ਵਧੇਗਾ ਤਾਂ ਆਪਾਂ ਹਰ ਇੱਕ ਚੀਜ਼ ਨੂੰ ਪੋਜ਼ੀਟਿਵ ਲਵਾਂਗੇ, ਤਾਂ ਸਾਡੀ ਹੈਲਥ ਵੀ ਬਹੁਤ ਅੱਛੀ ਹੋ ਜਾਏਗੀ। ਪਹਿਲਾਂ ਲੋਕ ਕਹਿੰਦੇ ਸੀਗੇ ਹੈਲਦੀ ਬੋਡੀ ਹੈਲਦੀ ਮਾਈਂਡ ਹੈ, ਪਰ ਹੁਣ ਕੀ ਹੈ, ਹੁਣ ਦੇਖੋ ਬੋਡੀ ਤਾਂ ਬਹੁਤ ਅੱਛੀ ਬਣ ਜਾਂਦੀ ਹੈ, ਪਰ ਸਾਡੇ ਸਾਹਮਣੇ ਕੋਈ ਪ੍ਰੋਬਲਮ ਆ ਗਈ, परिस्थिति बड़ी ਜ਼ਬਰਦਸਤ आ गई है, ਸਾਡੇ ਮਨ ਨੂੰ ਹਿਲਾ ਕੇ ਰੱਖ ਦਿੱਤਾ। ਤਾਂ ਉਸਨੇ ਕੁਛ ਦਿਨਾਂ ਦੇ ਅੰਦਰ ਹੀ ਕੀ ਹੋਇਆ, ਸਾਡਾ 4 ਕਿਲੋ ਵਜ਼ਨ ਘਟ ਗਿਆ। ਤਾਂ ਪਹਿਲਾਂ ਮਨ ਸਸ਼ਕਤ ਚਾਹੀਦਾ, ਸਰੀਰ ਕਮਜ਼ੋਰ ਵੀ ਹੈ ਉਹ ਠੀਕ ਹੋ ਜਾਏਗਾ। ਮਹਾਤਮਾ ਬੁੱਧ ਨੇ ਇੱਕ ਗੱਲ ਕਹੀ ਹੈ ਕਿ ਆਵਰ ਲਾਈਫ ਇਜ਼ ਲਾਈਕ clouds in the autumn season, clouds in the autumn season, ਜਿਵੇਂ ਬਰਸਾਤ ਦੇ ਵਿੱਚ ਸਾਉਣ ਦੇ ਮਹੀਨੇ ਵਿੱਚ ਬੱਦਲ ਆਉਂਦੇ ਹਨ, ਇੰਨੀ ਕੁ ਸਾਡੀ ਉਮਰ ਹੈ, 50 60 100 ਸਾਲ। ਕਹਿੰਦਾ ਜੇ ਅਸੀਂ ਦੇਖੀਏ ਇਹ 50 60 100 ਸਾਲ ਤਾਂ ਫਟਾਫਟ ਨਿਕਲ ਜਾਂਦੇ ਆ, ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਆਪਣੇ ਜੀਵਨ ਦਾ। ਆਪਾਂ ਲੋਕਾਂ ਵਾਸਤੇ ਸਭ ਕੁਝ ਕਰਦੇ ਹਾਂ, ਪਰ ਆਪਣੇ ਵਾਸਤੇ ਕੁਝ ਨਹੀਂ ਕਰਦੇ। ਆਪਾਂ ਆਪਣੇ ਵਾਸਤੇ ਸੋਚਦੇ ਹਾਂ, ਏਕਾਂਤ ਦੇ ਵਿੱਚ ਬੈਠ ਕਰਕੇ, ਅੰਤਰਮੁਖਤਾ, एकाग्र हो करके उस प्रभु के गुण गाने जे असीं ते गुण गाने
ਸਾਡੇ ਅੰਦਰ ਸ਼ਕਤੀ ਆਉਂਦੀ ਹੈ, ਆਤਮਿਕ ਸ਼ਕਤੀ। ਅੱਜ ਸਰੀਰ ਦੀ ਸ਼ਕਤੀ ਤਾਂ ਹੈ, ਪਰ ਅੱਜ ਆਤਮਾ ਦੀ ਸ਼ਕਤੀਆਂ ਨਸ਼ਟ ਹੋ ਰਹੀ। ਸਹਿਨ ਕਰਨ ਦੀ ਸ਼ਕਤੀ ਚਾਹੀਦੀ। ਪੇੜ ਨੂੰ ਵੀ ਪੱਥਰ ਮਾਰੋ ਤਾਂ ਅੰਬ ਡਿੱਗ ਪੈਂਦਾ, ਬੰਦੇ ਨੂੰ ਵੀ ਅਗਰ ਪੱਥਰ ਮਾਰੋ, ਕੁਛ ਬੁਰਾ ਭਲਾ ਕਹੋ, ਤਾਂ ਲੜਾਈ ਸ਼ੁਰੂ ਹੋ ਜਾਂਦੀ। ਪੇੜ ਨੇ ਸਾਨੂੰ ਖਾਣ ਵਾਸਤੇ ਅੰਬ ਦਿੱਤਾ, ਤਾਂ ਬੰਦੇ ਨੇ ਕੀ ਦਿੱਤਾ ਬੰਦੇ ਨੂੰ? ਤਾਂ ਜੇ ਸਾਡੇ ਜੀਵਨ ਦੇ ਵਿੱਚ ਮਿਠਾਸ ਆ ਜਾਂਦੀ ਹੈ, ਤਾਂ ਸਾਡਾ ਜਿਹੜਾ ਬ੍ਰੇਨ ਹੈ ਇਹ ਹੈਲਦੀ ਰਹਿੰਦਾ ਹੈ, ਕਿਉਂਕਿ ਬ੍ਰੇਨ ਸਾਡਾ ਚਾਰੇ ਸਵਸਥ ਨਾਲ ਜੁੜਿਆ ਹੋਇਆ ਹੈ। ਔਰ ਦੂਸਰੀ ਗੱਲ ਹੈ ਕਿ ਹੋਰ ਬ੍ਰੇਨ ਨੂੰ, ਮਸਤਕ ਨੂੰ ਖੁਰਾਕ ਦੇਣ ਵਾਸਤੇ ਸਾਡਾ ਮਨ ਹੀ ਹੈ। ਮਨ ਬੰਦੇ ਨੂੰ ਮਾਰ ਵੀ ਸਕਦਾ ਹੈ, ਮਨ ਬੰਦੇ ਨੂੰ ਹੀਲ ਵੀ ਕਰ ਸਕਦਾ ਹੈ। ਮੈਡੀਟੇਸ਼ਨ ਨੂੰ ਇਹ ਅਸੀਂ ਲੈਟਿਨ ਵਰਡ ਵਿੱਚ ਲੈਂਦੇ ਹਾਂ, ਤਾਂ ਮੈਡਰੀ ਸ਼ਬਦ ਹੈ। ਮੈਡਰੀ ਸ਼ਬਦ ਦਾ ਅਰਥ ਇਹ ਹੈ ਕਿ ਹੀਲ। ਹੀਲ ਦਾ ਮਤਲਬ ਹੈ ਜ਼ਖਮ ਨੂੰ ਭਰਨਾ। ਆਪਾਂ ਸਰੀਰ ਦੇ ਜ਼ਖਮਾਂ ਨੂੰ ਤਾਂ ਭਰ ਲਿਆ, ਪਰ ਜਿਹੜੇ ਜ਼ਖਮ ਮਨ ਨੂੰ ਲੱਗੇ ਹੋਏ ਨੇ, ਲੋਕਾਂ ਦੀਆਂ ਗੱਲਾਂ ਸੁਣੀਆਂ, ਦਿਲ ਨੂੰ ਲਾ ਲਈਆਂ, ਦੁੱਖ ਮਹਿਸੂਸ ਹੋ ਗਏ, ਔਰ ਦੁੱਖਾਂ ਦੇ ਵਿੱਚ ਜੀਵਨ ਜਾ ਰਿਹਾ ਹੈ। ਇੱਥੋਂ ਤੱਕ ਕਿ ਜਦੋਂ ਉਹ ਤਾਂ ਬਰਦਾਸ਼ਤ ਨਹੀਂ ਕਰ ਸਕਦੇ, ਤਾਂ ਆਤਮ ਹੱਤਿਆ ਕਰ ਲੈਂਦੇ, ਸੁਸਾਈਡ ਕਰ ਲੈਂਦੇ। ਪਰ ਇਹ ਚੀਜ਼ ਜ਼ਰੂਰ ਹੈ, ਪਰਮਾਤਮਾ ਨੂੰ ਗਰੀਬ ਨਿਵਾਜ਼ ਕਿਹਾ ਗਿਆ। ਗਰੀਬੀ ਇੱਕ ਵਰਦਾਨ ਹੈ, ਉਹ ਬੰਦੇ ਨੂੰ ਜੀਣਾ ਸਿਖਾਉਂਦੀ ਹੈ। ਜਿਨ੍ਹਾਂ ਦੇ ਕੋਲੇ ਧਨ ਹੈ, ਅਰਬਾਂਪਤੀ ਹੈ, ਕੀ ਉਹ ਸੁਖੀ ਹੈ? ਅੱਜ ਦੇ ਯੁੱਗ ਵਿੱਚ ਉਹੀ ਬੰਦਾ ਸੁਖੀ ਹੈ ਜੋ ਬੰਦਾ ਆਪਣੇ ਮਨ ਦੇ ਨਾਲ ਫੈਸਲਾ ਕਰ ਲੈਂਦਾ, ਮਨ ਨੂੰ ਸ਼ਾਂਤ ਰੱਖਦਾ ਹੈ, ਪ੍ਰਭੂ ਚਿੰਤਨ ਕਰਦਾ ਹੈ, ਔਰ ਉਹ ਚਿੰਤਨ ਉਸ ਨੂੰ ਤਾਕਤ ਦਿੰਦਾ ਹੈ, ਉਹਦੇ ਸਰੀਰ ਦੇ ਅੰਗਾਂ ਵਿੱਚ ਜਾਂਦਾ ਹੈ। ਇਸੇ ਵਾਸਤੇ ਕਿਹਾ ਗਿਆ, संत बड़े परमार्थी कोमल जिनके अंग, स्वयं भी शीतल रहे और दे दें दूसरों को अपना रंग। साधु संत दी संगत सदा ही रंगत दिंदी है। इस वास्ते संग नूं कदे भी कुसंग च ना लेके जाओ, और सतसंग दे विच ईश्वर सब तो सच्चा है, और उस दे नाल अपने मन नूं जोड़ लो और उस तो शक्तियां हासिल करो। इस दे नाल ही मैं शुभ भावना रखदा होया आप जी तो छुट्टी चाहुंदा हां। सत श्री अकाल।